अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਅਹਿਮਦ ਪੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਦੋ ਤਿੰਨ ਗੱਲਾਂ ਇਕੱਠੀਆਂ ਹੋਈਆਂ ਸਨ ਔਰ ਉਹਨਾਂ ਦਾ ਤਾਲੁਕ ਵੀ ਹੈ। ਇੱਕ ਜਿਹੜੀ ਮੈਂ ਪਹਿਲਾਂ ਮੁਖਤਸਰ ਦੱਸੀ ਸੀ ਕਿ ਸਾਡੇ ਇਲਾਕੇ ਦੇ ਵਿੱਚ ਇੱਕ ਸਾਰੰਗ ਨਾਮ ਦਾ ਬੰਦਾ ਸੀ ਤਾਂ ਉਹ ਵਿਚਾਰਾ ਪੜ੍ਹਦਾ ਚੋਖਾ ਅਗਾਂਹ ਨਿਕਲ ਗਿਆ। ਅਤੇ ਦੱਸਦੇ ਨੇ ਵੀ ਉਹ ਜਦੋਂ MA ਪਿਆ ਕਰਦਾ ਸੀ ਉਹਨਾਂ ਦਿਨਾਂ 'ਚ ਉਹ ਪਾਗਲ ਹੋ ਗਿਆ, ਉਹਨਾਂ ਦਿਨ ਹੱਲ ਗਿਆ। ਅੱਛਾ, ਉਹ ਹਿੱਲਿਆ ਜਿਹੜਾ ਸੀ ਉਹ ਹੱਥ 'ਚ ਉਹਦੇ ਇੱਕ ਸੋਟਾ ਹੋਣਾ ਅਤੇ ਲੰਗੋਟੀ ਟਾਈਪ ਉਹਦੀ ਤਹਿਮਤ ਹੋ ਗਈ ਸੀ ਅਤੇ ਬਸ ਇੱਕ ਪਿੰਡ ਤੋਂ ਦੂਜੇ ਤੋਂ ਤੀਜੇ 'ਚ ਫਿਰਦਿਆਂ ਰਹਿਣਾ। ਅਤੇ ਸਾਰੰਗ ਤੋਂ ਮੁੜ ਉਹ ਜ਼ਾਹਿਰ ਵਿਚਾਰਾ ਜਦੋਂ ਨਾ ਹੀ ਰਿਹਾ ਆਪਣੇ ਆਪ ਵਿੱਚ, ਅਤੇ ਉਹ ਸਾਰੰਗ ਫਿਰ ਉਹਨੂੰ ਕਿਹਨੇ ਆਖਣਾ ਸੀ, ਉਹਨੂੰ ਮੁੜ ਆਉਂਦੇ ਸਨ ਸਾਰੂ ਬਖਸ਼ੀਂਕਾ। ਬਖਸ਼ੀਂਕੇ ਦੋ ਹਿੱਸੇ ਨੇ ਪਿੰਡੀ ਪੱਟੀਆਂ ਦਾ ਇਲਾਕੇ ਦੇ ਵਿੱਚ ਜਿਹੜੇ ਪੱਟੀ ਨੇ ਉਹਨਾਂ 'ਚੋਂ ਇੱਕ ਗਾਜੀ ਕੇ ਸਦੀਂਦੇ ਨੇ ਅਤੇ ਦੂਜੇ ਬਖਸ਼ੀਂਕੇ ਨੇ। ਬਖਸ਼ੀਂਕੇ ਜਿਹੜੇ ਨੇ ਉਹਨਾਂ ਦੇ ਪਿੰਡ ਚੋਖੇ ਨੇ ਔਰ ਇਲਾਕਾ ਜ਼ਿਆਦਾ ਹੈ, ਅਤੇ ਜਿਹੜੇ ਗਾਜੀ ਕੇ ਨੇ ਉਹਨਾਂ ਦੇ ਪਿੰਡ 12 ਨੇ। ਅਤੇ ਉਂਝ ਪਤਾ ਨਹੀਂ ਡਿਬੇਟੇਬਲ ਹੈ ਕਿ ਡੰਡੇ ਫੱਟੇ ਵੱਲੋਂ ਗਾਜੀ ਕੇ ਜਿਹੜੇ ਨੇ ਉਹ ਅੱਜ ਤੱਕ ਜ਼ਰਾ ਉਤਾਂ ਹੀ ਰਹੇ ਨੇ। ਬਹਰਹਾਲ ਇਸ ਤਕਸੀਮ ਤੋਂ ਸਰਫ ਨਜ਼ਰ ਕਰਦਿਆਂ ਹੋਇਆਂ ਆਪਸ ਵਿੱਚ ਲਈਆਂ ਦਿੱਤੀਆਂ ਨੇ, ਉਹਨਾਂ ਦੀ ਰਿਸ਼ਤੇਦਾਰੀਆਂ ਵੀ ਨੇ। ਮੇਰੇ ਇਮੀਡੀਏਟ ਉੱਤੇ ਵੀ ਜਾਈਏ ਅਤੇ ਮੇਰੀ ਤਾਈ ਤੱਕ ਅਤੇ ਫੁੱਫੀ ਜਿਹੜੀ ਉਹਨਾਂ ਦੀ ਸੀ ਅੱਗੋਂ, ਇਹ ਆਪਸ ਵਿੱਚ ਕਦੀ ਕਿਸੇ ਫੌਤਗੀ 'ਤੇ ਇਕੱਠਿਆਂ ਹੋਣਾ ਅਤੇ ਉਹ ਬਾਬੇ ਬਖਸ਼ੀਂਕੇ ਆਏ ਨੇ। ਇੱਜ਼ਤ ਨਾਲ ਗੱਲ ਕਰਦੇ ਮੁੜ ਬਾਬੇ ਬਖਸ਼ੀਂਕੇ ਆਉਂਦੇ ਨੇ, ਅਤੇ ਉਹ ਵੀ ਜੇ ਗੱਲ ਕਰਨ ਤਾਂ ਉਹ ਹੀ ਹੈ ਬਾਬੇ ਗਾਜੀ ਕੇ। ਅਤੇ ਇਹਦਾ ਮਤਲਬ ਹੈ ਕੋਈ ਆਪਸ ਵਿੱਚ ਕੋਈ ਤਾਲੁਕ ਤਾਂ ਹੋਣਾ ਹੀ ਨਹੀਂ। ਬਾਈ ਦੀ ਵੇ ਇਹ ਜਿਹੜਾ ਇਸ ਏਰੀਏ 'ਚ ਜਿਹੜੀਆਂ 2-3 ਸੀਟਾਂ ਅਤੇ MNA ਹੁੰਦਾ ਰਿਹਾ ਮਹਿਦੀ ਹਸਨ ਪੱਟੀ, ਉਹ ਬਖਸ਼ੀਂਕੇ ਪੱਟੀਆਂ 'ਚੋਂ ਹੈ। ਜਲਾਲਪੁਰ ਪੱਟੀਆਂ ਵਾਲੇ ਇਦਲੇ ਇਹ ਸਾਰੇ ਉਹ ਹੀ ਸਦੀਂਦੇ ਨੇ, ਅਤੇ ਉਤਲਾ ਮੁੜ ਸਾਡਾ ਜਿਹੜਾ ਇਲਾਕਾ ਉਹ ਬਾਬੇ ਗਾਜੀ ਕਾ ਸਦੀਂਦਾ। ਖੈਰ, ਉਹ ਆਪਸ ਵਿੱਚ ਉਹਨਾਂ ਪਿੰਡਾਂ 'ਚ ਆਉਣ ਜਾਣ ਹੈ ਸੀ। ਮੇਰਾ ਖਿਆਲ ਉਹ ਫਿਰ ਤੀਜੀ ਚੌਥੀ 'ਚ ਆਉਂਦਾ, ਅਤੇ ਉਹ ਪਿੰਡ ਜਿਸ ਵੇਲੇ ਛੁੱਟੀਆਂ ਜਾਣਾ ਨਾ, ਅਤੇ ਮੀਆਂ ਮੇਰੇ ਦਾਦਾ ਜੀ ਜਿਹੜੇ ਸਨ ਉਹ ਜਿੱਥੇ ਉਹ ਬੈਠਕ ਸੀ ਬੋਰਡ ਵਾਲੀ, ਅਤੇ ਉਹ ਸਾਰਾ ਡੇਰਾ ਉਹਨਾਂ ਦਾ ਬੈਣ ਖਲੋਣ, ਉੱਥੇ ਇੱਕ ਦਿਨ ਬੜੇ ਇਤਮਾਮ ਨਾਲ ਮੈਂ ਵੇਖਿਆ। ਔਰ ਉਹ ਫਿਰ ਉਹ ਰੈਗੂਲਰ ਫੀਚਰ ਸੀ ਕਿ ਕੁਝ ਦਿਨਾਂ ਦੇ ਬਾਅਦ ਜਿਸ ਵੇਲੇ ਉਸ ਸਾਰੰਗ ਉੱਥੋਂ ਸਾਡੇ ਪਿੰਡੋਂ ਲੰਘਣਾ, ਮੀਆਂ ਉਹਨੂੰ ਰੋਕ ਕੇ ਉਹਨੂੰ ਮਤਲਬ ਨਵਾ ਤਵਾ ਉਹਦੀ ਇੱਜ਼ਤ ਕਰ, ਉਹਨੂੰ ਖਾਣਾ ਪੀਣਾ ਉਹਦੇ ਵਾਸਤੇ ਫਿਰ ਬਾਕਾਇਦਾ ਮੈਂ ਨਾਸ਼ਤਾ ਵੇਖਿਆ ਜਿਸ ਵੇਲੇ ਆਇਆ, ਤਾਂ ਉਹਦੇ ਚੰਗੇ ਏਡਾ ਪੇੜਾ ਮੱਖਣ ਦਾ ਨਾਲ ਦਹੀਂ ਹੋਰ ਜੋ ਮੁੜ ਅਵੇਲੇਬਲ ਹੁੰਦਾ ਉੱਥੇ ਪਿੰਡਾਂ 'ਚ, ਉਹਦੀ ਚੰਗੀ ਖਿਦਮਤ ਕਰਕੇ ਉਸ ਦੇ ਬਾਅਦ ਬੁੱਢੇ ਜਿਹੜੇ ਉਹਨਾਂ ਦੇ ਮੈਨੂੰ ਹਾਲੇ ਵੀ ਸ਼ਕਲਾਂ ਜ਼ਹਿਨ 'ਚ ਨੇ ਬਾਬੇ ਇਰਦ ਗਿਰਦ ਕੁਝ ਅੱਧੇ ਤੇ ਮੀਆਂ ਦੇ ਆਪਣੇ ਪਿਤਰੇਰ ਸ਼ਿਤਰੇਰ ਸਨ, ਭਰਾ ਸਨ, ਲੇਕਿਨ ਵਾਹ ਕੋਈ 20-30 ਬੰਦੇ ਜਿਹੜੇ ਨੇ ਉਹ ਅੰਜ ਪਾਸਿਆਂ 'ਤੇ ਬਹਿ ਗਏ, ਕੋਈ ਪੀੜਿਆਂ 'ਤੇ ਕੋਈ ਮੰਜੀਆਂ 'ਤੇ, ਅਤੇ ਇੱਕ ਪੀੜਾ ਜਿਹੜਾ ਜਾਂ ਕੁਰਸੀ ਟਾਈਪ ਉੱਥੇ ਸਾਰੰਗ ਬਹਿ ਗਿਆ। ਸਾਰੰਗ ਲੇਕਿਨ ਉਸ ਵਕਤ ਤੱਕ ਨਹਾ ਧੋ ਕੇ ਫਰੈਸ਼ ਅਪ ਹੋ ਕੇ ਪੂਰਾ ਆਪਣੇ ਆਪ ਵਿੱਚ ਸੀ, ਐਨਕ ਵੀ ਲਾਉਂਦਾ ਸੀ ਨਜ਼ਰ ਦੀ। ਉਸ ਜ਼ਮਾਨੇ 'ਚ ਵੀ ਮੈਨੂੰ ਯਾਦ ਹੈ ਉਸ ਐਨਕ ਚਾੜੀ, ਅਤੇ ਅਦਰਵਾਈਜ਼ ਸੋਹਣਾ ਕੱਦ, ਸੋਹਣੇ ਮਤਲਬ ਨਕਸ਼। ਪਰ ਚਲੋ ਉਹਦੇ ਨਾਲ ਵਿਚਾਰੇ ਨਾਲ ਮੁੜ ਜਿਹੜੀ ਹੋ ਗਈ ਸੀ ਉਹਦਾ ਤਾਂ ਸਾਨੂੰ ਨਹੀਂ ਪਤਾ, ਉਸ ਵੇਲੇ ਬੱਚੇ ਸਾਂ। ਉਹ ਫਿਰ ਜਿਹੜਾ ਬੈਠਾ ਅਤੇ ਉਦੋਂ ਪੇਪਰ ਬੈਕ ਵਿੱਚ ਵੀ ਕਿਤਾਬਾਂ ਜਿਹੜੀਆਂ ਸਨ ਅਵੇਲੇਬਲ ਹੁੰਦੀਆਂ ਸਨ, ਉਹਨਾਂ 'ਚ ਛੋਟੀ ਇਸ ਸਾਈਜ਼ ਵਿੱਚ ਆਇਨਾ ਕਮਾਲਾਤ ਇਸਲਾਮ ਹੋਣੀ ਜਾਂ ਚਸ਼ਮਾ ਮਾਰਫਤ, ਤਾਂ ਇਹਨਾਂ 'ਚੋਂ ਕੋਈ ਕਿਤਾਬ ਸੀ, ਅਤੇ ਉਹ ਬਹਿ ਕੇ ਅਤੇ ਉਹਨੂੰ ਪੜ੍ਹਨ ਲੱਗ ਪਿਆ। ਉਹ ਸੁਬਾਹ ਕਿ ਨਹੀਂ ਉਹਨੇ 7-8 ਵਜੇ ਸ਼ੁਰੂ ਕੀਤਾ, ਜਿਸ ਵੇਲੇ ਬੰਦੇ ਦੁੱਧ ਸ਼ੁੱਧ ਚੋ ਕੇ ਅਤੇ ਇੱਕ ਵਾਰੀ ਆ ਜਾਂਦੇ ਨੇ ਬਹਿ ਜਾਂਦੇ ਨੇ ਨਾਸ਼ਤਾ ਨੁਸ਼ਤਾ ਕਰਕੇ, ਔਰ ਉਹ ਦੁਪਹਿਰ ਤੋਂ ਜ਼ਰਾ ਪਹਿਲਾਂ ਤੱਕ ਉਹ ਸੈਸ਼ਨ ਚੱਲਿਆ। ਔਰ ਉਹਦੇ ਵਿੱਚ ਉਹ ਮਤਲਬ ਪੜ੍ਹ ਗਿਆ, ਮਤਲਬ ਜਿਤਨੇ ਸਫੇ ਉਹਦੇ ਕੋਲ ਖਿੱਚੇ ਗਏ। ਅੱਛਾ, ਉਹਦੀ ਪੜ੍ਹੰਤ ਬੜੀ ਸੋਹਣੀ ਸੀ, ਆਵਾਜ਼ ਉਹਦੀ ਬੜੀ ਪਾਟਦਾਰ ਔਰ ਅੱਛੀ ਲਾਊਡ। ਔਰ ਫਿਰ ਉਹ ਮੇਰੇ ਤੋਂ ਚੂੰਕਿ ਬਚਪਨ ਮੈਂ ਖੁਦ ਵਿੱਚ ਬਹਿ ਕੇ ਵੇਖਿਆ ਨਾ, ਉਹ ਫਿਰ ਕਿਤੇ ਉਹਨੇ ਇੰਝ ਉੱਤੇ ਸਿਰ ਚੁੱਕ ਕੇ ਹਾਜ਼ਰੀ ਨਾਲ ਵੇਖ ਕੇ ਉਹਨਾਂ ਨੂੰ ਫਿਕਰਿਆਂ ਨੂੰ ਸਮਝਾ ਕੇ ਤੇ ਅਗਾਂਹ ਗੁਜ਼ਰਨਾ। ਅੱਛਾ, ਮਜ਼ੇ ਦੀ ਗੱਲ ਹੈ ਕਿ ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਇਹ ਨਹੀਂ ਹੋਇਆ ਵੀ ਸਾਰੰਗ ਜਿਹੜਾ ਉਹ ਆਪ ਆਮਦੀ ਹੋ ਗਿਆ। ਉਹ ਵਿਚਾਰੇ ਦੀ ਜਿਹੜੀ ਕੈਫੀਅਤ ਸੀ, ਪਤਾ ਨਹੀਂ ਕਦੋਂ ਫਿਰ ਫੌਤ ਹੋ ਗਿਆ, ਮੈਨੂੰ ਤਾਂ ਬਾਤ ਦਾ ਨਹੀਂ ਪਤਾ,
लेकिन वो बचपन नूं जो अगर मैं याद करा तो मेरे जहन च वो सैशन मैनू याद ने। अगला सवाल कि 6 नस्लों तो कतलों के वैरां वाले ते किते किते लोड़ पिया चोरी डकैती वाले भी ते डाढे ते बुरे, उन्हां दे विच जिहड़े बाबे बैठे उन्हां दी प्रायोरिटी च गल किवें आ गई कि चश्मा मार्फत दा पढ़न तो उत्थे पेश की जा रही है और वो इंज हथ धर के तो बह के सुन रहे हैं। अज के ज़माने हुण जामिया च मुंडे पढ़ते हैं, मुख्तलिफ जगह से जामिया बन चुके हैं। अज भी अगर उन्होंने किताबों नूं थारोली पढ़ते जा रहे होइए तो उहदे च ऐसे ऐसे अल्फाज आउंदे ने कि आम बंदा भी जिहड़ा आम पढ़िया लिखिया है वो बिल्कुल मुड़ रोक के इदू सद पुछना पौंदा उन्होंने आम भी इदी गल की मफहूम है। अच्छा, कईयां दे डिक्शनैरिकल यानी लुगवी मफाहीम का मतलब पता भी होवे, फिक्रे की बुनत इस तरह की होंदी है, लेकिन उस जमाने दे विच इन्हां एकेडैमिक बारीकियां च जाया बगैर वो जिहड़ी लैक्चर नुमा पढ़ंत सी उहदा वो एहतमाम करते सन। और धुप्प वो जिहड़ी सोहनी लगती है ना बंदे नूं उस टाइम वारे च हुंदी है, वो धुप्प चढ़ती जानी है, फिर आहिस्ता आहिस्ता बंदे निग्गियां सौखियां होंदियां जाना, और वो जिमें जिमें धुप्प चढ़नी है ना उवें उवें नाल सारंग जिहड़ा सी ओहदी आवाज़ ने एक खास लैवल इख्तियार करदियां जाना और एक पीक ते जाके फिर जिस टाइम जाके उस काफ़ी सारा हो जाना। तकरीबन डेढ़ 2 घंटे का सैशन होंदा सी। उन्हां बाबियां दे विचों हुण कुछ दी नस्लां चों मतलब कोई बहुत दूर दी गल नहीं, लेकिन उन्हां दी औलादां चों कुछ मैं ज़ाती तौर पर जानना। एक दा बेटा जिहड़ा है वो रशिया दे विच जमात दा मुरब्बी सिलसिला है, सिर्फ मुरब्बी सिलसिला नहीं बल्कि रशियन डेस्क नूं मैनेज भी करता। एक जिहड़े सन उन्हां दे बजुर्ग जिहड़े उत्थे विच बहिंदे हुंदे सन, उन्हां दा बेटा अच्छा सीनियर अफसर सी इहदे च स्टेट लाइफ दे विच, और वो कायद इलाका रहे इस्लाम फैसलाबाद दे। और अला हाजल क्यास वो फिर अगे वो चीज़ जिहड़ी है उन्हें अपने रंग विखाए, लेकिन बहुत यानी अगे जाके और अपनियां मुख्तलिफ शक्लां इख्तियार कीतियां। लेकिन बुनियाद ये सी कि ये सारे तर्जमे हुण मैं पिया करना, जदों मैं इन्हां चीज़ां नूं वेख्या उदों मैनूं इन्हां दा कोई नहीं पता। हाँ, इन्ना मैनूं याद है कि वो बचपन हुंदा ना तो असीं तो मतलब ये सारू बख्शी का जी वो मतलब हलिया पागल है कमला है। मैं राती मियां दे कोल सौंदा हुंदा सा जिस टाइम उत्थे डेरे च, ते ओहदे च मैं बड़ियां गल्लां पुछ पछ लैनियां, उन्हें मैनूं दसनियां भी शौक नाल। वो मैं एक वो जदों ये सैशन सी ना तो वो बचपन वाला दिन मैं कि ये तो कमला है मियां, ते तूं इहनूं कित्थे लाया हुंदा पढ़न ते। मियां आख्या ये पढ़न वाला कमला, सुनन वाले तो नहीं ना कमले। यानी ओहदा जो बेचारे दी चलो जो भी ज़हनी हालत है, लेकिन वो चों तलफ़ुज़ है, अदायगी है, आवाज़ है, रवानी है पढ़न दी, वो पैगाम पढ़ी जा रहा तो सुनने वाले तो कमले नहीं ने ना, वो तो क्यास कर लैन दे ना उत्थे। एक तो जिहड़े मैं हुण सिलसिला विच शुरू किया वो नज़मां वाला जिहड़ा मंजूम कलाम नूं तहतुल लफ्ज़ च पेश कर रहा, वो जदों मैं पढ़दा पिया हुंदा मेरे जहन च आउंदी है कि चलो मैं मुड़ जिन्ने जोगा या जिवें दा भी है मेरा सिलसिला अपना जाती, वो तो अल्लाह कोल गल्लां ने ना बंदे दियां, लेकिन चलो सुनने वाले तो कमले नहीं। और हुंदा भी इंज है कि बाज़ दफ़ा जिहड़ा बंदा बयान कर जांदा है उहदे तक वो इंकशाफ उस तरह नहीं हुंदा जिवें सुनने वालियां ते हो जांदा। फिर जिहड़े लिसनर्स ने उन्हां दे तबकात मुख्तलिफ ने। ये जिहड़ी गल है वो जिस वेले जिस समात और जिस दिमाग और जिस सीने जाती है उत्थे जाके वो अपना उत्थों दे म्यार और उहदे इलम और उहदे शऊर और उहदे फहम और इदराक और इरफान के मुताबिक मफाहिम भी देंदी गल। लिहाजा जो अलीम साहब कहते होंगे सन, जो मैंने
लिखा वो मेरा इबलाग था, जो आप समझेंगे वो आपका इबलाग होगा। सो एक हर दोवां पासे एक फ़र्क होंदा है, लिहाजा चीज़ जिस टाइम उदा कम्यूनिकेशन होंदी रहे, उदा राबता होवे, वो चीज़ एक पासों दूजे पासे अपड़ाण दा एक सिलसिला जारी रहे, उहदे नाल जाके गल बन जाती है। अच्छा, दूसरे नंबर ते कि जी उन्होंने थोड़ा बेहतर तरीके नाल जितनी मुमकिन है, अगों भी अल्लाह ताला फजल करे, जमाने आउंदे पे ने, पता नहीं उहदे की ब्यूटिफिकेशनस होनियां ने, किस तरह उहदे लोगों ने अपने आप नूं सदके वारी जाना है और फिर उसकी अहमियत बननी है। मैं वैसे इत्थे अपना जुमला मोतरेजा के तौर पर सही, लेकिन पिछले 2 हफ्तियां दे विच ये गल 2-3 बारी मेरी मुख्तलिफ दोस्तों नाल हुई। तो मैं उन्होंने अर्ज़ की कि ये जो मेरी अपनी किताब मैं छपवाण के प्रोसैस प्रैस जा रही सी, तो उन्होंने दिनों एक इज़तराब होंदा कि बई मैं जो कुछ है सी, चलो अगे तो मेरे तक सी, हुण उन्होंने तुसीं बाइंड करवा के मुजल्लद शक्ल च पब्लिक के सामने पेश कर देना, अगों हुण वन सवन्ने अगे टक्करने ने उन्होंने पढ़न वाले, वल्ला आलम किहड़ा किवें उहदा मतलब ले, किहड़ा उहदे चों की मफहूम कड्डे, की बहस छिड़े, या इस काबिल भी है कि नहीं कि उहदे ते कोई गुफ्तगू मजीद हो सके कि ना हो सके। इस तरह दी जदों चीज़ां नाल गल पे हुंदी सी, मैं उन्होंने एक गल आखी, मैं कहा ये गल ये वे कि उहदे च मैं अपने पेश लफ्ज़ च एक लिखिया सी, तासीर और तनफीज़ के मालिक ने अगर चाहा। उन्होंने कहा जी ਇਹਦਾ की मतलब, मैं कहता मतलब ये वे कि मैं तो अपनी ज़िंदगी का जोड़ा तो हुण तक वक्त गुजरिया, मैं यही समझा कि ये जितने गैजेट्स और टूल ते कल पुरजे ते मुख्तलिफ किस्म दी सीढ़ियाँ होंदियां ना, अगे वधन दियां ते छाल मारन दियां ते पैनीट्रेट करन दियां, इन्हां दी हैसियत ईवन इशाती इदारे और मुख्तलिफ जड़ियाँ आफ्टर सेल सर्विसिज होंदियां ने अदब दियां ते इलम दियां, इन्हां सारियां दी अहमियत उन्नी नहीं जिन्नी ये वे कि अगर अल्लाह ताला किसी थॉट और किसी कलाम नूं खुद उहदे अंदर तासीर नूं जिंदा करके अगे नाफिज करना चाहे तो उहदा हाथ कोई नहीं रोक सकता। और उहदे फिर मैं गुजारिश की कि जिस और उहदे वास्ते उन्होंने गैजेट्स की ऊंज करके जरूरत नहीं होंदी। उहदे मैं एक गुजारिश की सी गैर जमात दोस्त सन उन्हां नाल कि जिन्हां दिनां वो वड्डे मिर्ज़ा साहब आंदे, तो मैं भी फिर वही आख्या, मैं जिन्हां दिनां वड्डे मिर्ज़ा साहब लिखते सन पे अपनी चीज़ां, तो पिंड च बैठे सन, उस पिंड नूं 12 किलोमीटर 12 कोह तक उन्होंने पक्की सड़क ही कोई नहीं सी, जिथे जाके बटालियों जाके कोई अगा सबब लगना भी सी वो भी 12 किलोमीटर सी। फिर किते जाके गुरदासपुर अंबरसर आउंदे ने, अगा जिहड़े सन अपना इलम दे गहवारे तो उस वक्त दे आबाद शहर, वो दिल्ली आगरे या बंबई या कलकत्ते या लाहौर, उत्थे जाके तो उन्होंने कोई नहीं आख्या भी उत्थे जनाब अपॉर्चुनिटीज़ बड़ियां ने तो ये है तो वो। जबकि उस ज़माने सर सैयद अहमद खान अलीगढ़ वाला डोल डाल के बैठे सन और लगे सन, उस वेले उत्थे वो अंग्रेज़ां दे गवर्नर ते दूजे त्रीजे वो उत्थे जांदे सन, वो भी उधर आउण जाण सी। और जितने गैजेट्स अवेलेबल सन उस वक्त इल्म दी इशाअत लई, एकेडैमिक्स दी इशाअत लई, वो गैजेट्स अलीगढ़ कोल सन, गैजेट सर सैयद अहमद खान कोल सन। उन्हां शहरां तक रसाई करके हासिल, फिर उत्थे दा हो जाना, उत्थों आस्ते उस बंदियां दी सोच नूं सामने रख के तो अपना मवाद तैयार करना, ये काम तो सर सैयद अहमद खान कर रहे सन। किन्ना चिर गुजरिया, हुण ਇਹ ਜਿਹੜੀਆਂ ਪਿੱਛੇ ਕਿਤਾਬਾਂ ਪਈਆਂ ਨੇ ਇਹ ਉਹ ਹੀ ਨੇ ਜਿਨ੍ਹਾਂ ਵਾਸਤੇ ਪੈਦਲ ਚੱਲ ਕੇ ਤੇ ਨਾਲ ਮਤਲਬ ਇੱਕ ਅੱਧਾ ਹੋਣਾ ਖਾਦਮ ਤੇ ਉੱਥੇ ਰਾਤ ਵੀ ਕਿਥੇ ਸਰਾਏ 'ਚ ਰਹਿ ਕੇ ਤੇ ਨਾਲ ਉਹਦੇ ਪ੍ਰੂਫ ਰੀਡਿੰਗ ਕਰਨੀ, ਨਾਲ ਉਹਦੇ ਪੈਸੇ ਦੇਣੇ, ਨਾਲ ਉਹਦੀ ਕੋਸ਼ਿਸ਼ ਕਰਨੀ ਕਿ ਕਦੋਂ ਤੱਕ ਛਪ ਕੇ ਤਿਆਰ ਹੋਣੀ ਹੈ। ਉਹਦੀਆਂ ਪਲੇਟਾਂ ਜਿਹੜੀਆਂ ਨੇ ਛਾਪੇਖਾਨੇ ਦੀਆਂ ਉਹਨਾਂ ਦਾ ਮੁਲਾਜ਼ਾ ਵੀ ਆਪ ਹੀ ਕਰਨਾ। ਅੱਜ ਉਹਨਾਂ ਦੇ ਇਹ ਹੁਣ ਜਰਮਨੀ ਤੋਂ ਪਿਛਲੇ ਸਾਲ ਐਡੀਸ਼ਨ ਛਪਿਆ और जिस वेले छपया तो एवं भज के ही ये विचों एक लभ गया मैनू, एक होर दोस्त ही कोई उन्हें आख्या वेखी मुक ना जाए, एक मेरा भी उत्थों लैके रख ली, वो इत्थों कोई 200-400 किलोमीटर दूर रहिंदा। फिर विच एक किताब खाली पई है ना, तुसीं वेखो, मैं इंजे नज़र मारी तो पुछया, मैं क्या विचों किताब किस कड्डी,
बेटी मेरी वड्डी तो छोटी हो सके, मैं कढ़ी है कि आइना कमालात इस्लाम। उन्होंने पढ़ना भी है उन्हें, और फिर पढ़ के तो अगर वो जेरे गुफ्तगू भी होनी। सो किदे कलाम नू अल्लाह ताला ने आइंदा जमाने आस्ते हाउस होल्ड की हैसीयत अता की। वो जो पिंड च बैठा रहा, वो जिदे कोल वसाइल कोई नहीं सन, वो जेड़ा अली किताब जा रही है तो फिर पहला खत लिख रहे हैं कि कुछ जिल्दें अगर पहले ख़रीद ली जाएँ और उसके पैसे भिजवा दिए जाएँ, जिदी वजह तो फिर करने वाले आख्या उत्थे उन्होंने कादियान ने दुकानदारी बनाई। सो जमाने बाज़ दफ़ा अगे जाके तय करते हैं, लेकिन अपने अपने दौर च मैं गुजारिश ये करनी चाहिए सी कि वो मेरे जेड़े दादा जी सन जेड़े उत्थे मियाँ बावल, वो जेड़े उत्थे इतमाम करते सन बह के सारंग बख्शी दे कोल पढ़ाण दा पढ़न दा। उन्हां दी एक गल तो कि चलो पढ़न वाला कमला है, सुनने वाले तो नहीं कमले। और दूजी उन्हां दी उस वक्त दी प्रायोरिटीज़ ये चीज़ां आईयां ते अज असी उन्हां नूं अपने रंग च अगे लैके पे चलने आ। ते जे अज लैके पे चलने आ ते साडे कोल जायज़ वजह है कि असी ये यकीन रखिए कि अगे आने वाली नस्ल जिहड़ी उहनूं इंज करके लैके इस तो बेहतर तरीके नाल लैके अगे चल रही होवे। उस वेले उस सुनने वाले 20 बंदे सन, हुण सेफली 20,000 बंदे तक जिहड़ी है जो पेश की जाती गल आराम नाल पहुँच जाती। तो जे इन 50 सालों 20 बंदे 20,000 कन्वर्ट पे होंदे ने, तो अज मैनू ये सोचते होया क्यों परेशानी होवे कि अज दे जिहड़े 20,000 नूं एड्रैस करके सामने रख के पे गल करने आ, आइंदा जमाने दे 2 मिलियन जिहड़े ने वो साडे वास्ते कोई मसला नहीं होणगे। पर इहदे ते टाइम लगदा, पर इहदे वास्ते पैरा देना पैना, पर इहदे वास्ते वो रद्दा करके अगे रखनी पैनी है गल। मैं उर्दू प्रोग्राम वास्ते वो हिस्सा रखिया सी आतिफ मियाँ नाल, 3-4 दिन पहला बड़ी तफसीली इन्होंने गुफ्तगू की और सारे प्रोग्राम के उत्ते रिव्यू करन दी, उहदे उत्ते उहदे मुख्तलिफ पहलुआं दे उत्ते गल करन दी। 2 घंटे का तो आप प्रोग्राम सी, लेकिन देखा जाए तो उहदे वो मतलब उर्दू पंजाबी अंग्रेजी च मजीद काफ़ी गुफ्तगू की जा सकती है। एक तो ये दुआ करो भी कला मुड़ा मैं किन्ना कर सकना, लेकिन जितों जितों तक तौफीक हुई वो तो गल करांगे। उहदे च एक गल ये भी सी कि डॉक्टर आतिफ मियाँ ने डॉक्टर परवेज़ हूद भाई ने यह गल कही और सामने सारी आडियंस बैठी है, तुहाडी सारी स्टूडेंट्स की दानिश्वर की पूरी करीम हाल भरिया सी खचाखच, लोग जमीन ते बैठे सन, कुर्सियां मुक गई सन जिथे। उहदे च उन्होंने यही गल मतलब होर गल्लां दे नाल एक गल ये भी की कि जिस वेले तुसीं म्यार तय करते हो चीज़ां दे तो उदों तदरीजी तरक्की की गल नूं डिवेलपमेंट आख्या जाता है। जुए नाल जिते जिहड़े ने उन्हां दी गल दा मैं तर्जमा पे करना, जुआ जित के तो इन्ने पैसे आ गए ने जी अचानक, प्लाट जिहड़ा वो मतलब 50,000 का सी तो हुण 5 करोड़ दा, इनू तरक्की नहीं आंदे। ये दा लगना हुंदा है, इहदा तां नाम तरक्की किवें रखिया जा सकता है। तरक्की नूं आतिफ मियाँ ने कहा कि तरक्की उहनूं कहंदे ही नहीं जिहड़ी तदरीजन ना होवे, अज इन्नी सी कल इन्नी फिर इत्थे 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 इत्थे। उस मईशत की चूँकि गल सी तो मैं सुनद्या सोचा कि अपने जिहड़े साडी तहरीकात हुंदियां हज़ारां शुरू होईयां सन, लखां कन्वर्ट होईयां, और जदों तुसीं किसी साल का भी ऐलान सुनो तो जिहड़ी उहदे तरक्की होई हुंदी है वो अगर 2 मिलियन पाउंड की गल की तो उहदे उत्ते कुछ हज़ार हुंदे ने, मतलब 70-80 हज़ार 7-8 हज़ार या इस तरह 70-80 हज़ार पाउंड, एक 6-7 लाख पाउंड, इस तरह करके चीज़ां उत्ते जांदियां। इंज नहीं होया भी मतलब अज इन्ने दी सी, अज यह तहरीक जिहड़ी इस साल इत्थे सी, अगले साल पता ही नहीं लगा तो वो जी कित्थे पहुँच गई है। सो तदरीज जिहड़ी है वो तुहाडे कोलों हौसला मंगदी है, तदरीज तुहाडे कोलों तवक्कल मंगदी है, तदरीज तुहाडे कोलों इस्तेकाम, तुहाडे इंटैग्रिटी का तकाजा करती है। जे ये खूबियां तुहाडे कोल कोई नहीं, फिर जुआ जित सकते हो तुसीं। ते जुए दे बारे च यही है
कि ਉਹਦੇ 'ਚ ਜੁਆਰੀ ਹਮੇਸ਼ਾ ਇਹ ਸੋਚਦਾ ਕਿ ਮੈਂ ਜਿੱਤਿਆ, ਹਾਲਾਂਕਿ ਹਮੇਸ਼ਾ ਹਾਊਸ ਹੀ ਜਿੱਤਦਾ ਉਹਦੇ 'ਤੇ। ਉਹ ਜਿਹਨੇ ਜੂਏ ਫੈਲਾਇਆ ਉਹ ਹੀ ਜਿੱਤਦਾ ਉਹਦੇ 'ਚ। ਇਹ ਹੀ ਉਹਨਾਂ ਨੇ ਉਹਦੇ 'ਚ ਐਂਡ ਕੀਤਾ ਕਿ ਇਹ ਪਾਕਿਸਤਾਨ ਕਦੀ CPEC ਨਾਲ ਤੇ ਕਦੀ ਫਲਾਣੇ ਨਾਲ ਤੇ ਕਦੀ ਦੂਜੇ ਤੀਜੇ ਤੇ ਉੱਥੋਂ ਆ ਗਏ ਪੈਸੇ ਤੇ ਉਹਨੇ ਇਨਵੈਸਟਮੈਂਟ ਕਰ ਦਿੱਤੀ। ਇੰਜ ਕਰਕੇ ਤੁਹਾਡੇ ਕੋਲੋਂ ਨਾ ਮੁਲਕ ਚੱਲਣਾ, ਨਾ ਤੁਹਾਡੇ ਕੋਲ ਮੁਲਕ ਡਿਊਰੇਬਲ ਲੰਬਾ ਚੱਲਣ ਵਾਲੇ ਇਸਤਹਿਕਾਮ ਔਰ ਮਈਸ਼ਤ ਔਰ ਮੁਆਸ਼ਰਤ ਦੇ ਤਰੱਕੀ ਵੱਲ ਨਹੀਂ ਜਾ ਸਕਦਾ। ਜੂਆ ਖੇਡ ਸਕਦੇ ਹੋ। ਜਿਹੜਾ ਆਉਂਦਾ ਉਹ ਅਲੀਮ ਸਾਹਿਬ ਦਾ ਉਰਦੂ ਦਾ ਸ਼ੇਰ ਹੈ, ਕੋਈ तकसीम नहीं करके चला जाता है, जो भी आता है मेरे घर की निगहबानी को। और आतिफ मियाँ ली मैं डेडिकेट करना फ़िलहाल शेर कि आज यूसुफ पे अगर वक्त ये लाए हो तो क्या, कल तुम ही तख्त भी दोगे इसी जिंदानी को। और हमने खुलने न दिया बेसरो सामानी को, कहाँ ले जाएं मगर शहर की वीरानी को। ਤੁਹਾਡੇ ਵੱਲ ਹੁਣ ਉੱਥੇ ਨੰਗ ਹੀ ਇੰਨਾ ਜ਼ਾਹਿਰ ਹੋ ਚੁੱਕਿਆ, ਮਤਲਬ ਬੰਦੇ ਪਚੀ ਹੁੰਦੇ ਪਏ ਨੇ ਕਿ ਜੀ ਉਹਨੂੰ ਬਾਇਜ਼ਤ ਬਰੀ ਕਰ ਦਿੱਤਾ ਗਿਆ ਜੀ। ਉਹਨੂੰ ਕੀ ਕਰ ਦਿੱਤਾ ਜੀ, ਉਹਨੂੰ ਪਾਰਟੀ ਦੀ ਸਦਾਰਤ ਤੋਂ ਵੀ ਹਟਾ ਦਿੱਤਾ ਗਿਆ ਜੀ। ਬਿਲਕੁਲ ਉਹੀ ਕੰਮ ਜਿਹੜਾ ਪਿੱਛੇ ਨਵਾਜ਼ ਸ਼ਰੀਫ ਨਾਲ ਕਰ ਲਿਆ ਨਾ, ਕਿ ਉਹਨੂੰ ਨਾ ਮੁਸਲਿਮ ਲੀਗ ਦਾ ਸਦਰ ਰਹਿਣ ਦੇਣਾ, ਨਾ ਇੰਜ ਕਰਨਾ, ਨਾ ਉਹਨੂੰ ਵਜ਼ੀਰ ਆਜ਼ਮ ਰਹਿਣ ਦੇਣਾ। ਹੁਣ ਉਹੀ ਕੰਮ ਅਗਲੇ ਨਾਲ ਪੇ ਕਰਦੇ ਨੇ। ਜੇ ਉਹ ਜੇ ਚਾਟੀ ਪਿੰਡ ਹੋ ਜੇ ਅਗਲਾ ਪਿੰਡ। ਜੇ ਪਿਛਲਾ ਇਹ ਹਰਕਤ ਕਰਨ ਨਾਲ ਤਰੱਕੀ ਕੋਈ ਨਹੀਂ ਹੋ ਗਈ ਤਾਂ ਹੁਣ ਇਹ ਕਰਨ ਲੱਗਿਆ, ਮਤਲਬ ਨਵੀਂ ਤਰੱਕੀ ਦੇ ਵਿੱਚੋਂ ਕਿੱਥੋਂ ਨਿਕਲ ਆਉਣੀ। ਇਹਦਾ ਮਤਲਬ ਕੀ ਹੈ? ਇਹ ਬੇਸਿਕਲੀ ਭੰਬਲ ਪੂਸੇ ਨੇ। ਇਹ ਲਫ਼ਜ਼ ਦੇ ਬੜੇ ਚਿਰ ਦਾ ਸੁਣੀਦਾ ਸੀ, ਭੰਬਲ ਪੂਸੇ ਪਏ ਨੇ। ਇਹ ਭੰਬਲ ਪੂਸੇ ਨੇ, ਇਹਨਾਂ ਦੇ ਵਿੱਚੋਂ ਤਰੱਕੀ ਕਿੱਥੋਂ ਨਿਕਲ ਆਉਣੀ। ਉਹ ਕਈ ਵਾਰ ਉਹ ਜਾਨਵਰ ਜਿਹੜੇ ਹੁੰਦੇ ਨੇ ਨਾ, ਉਹ ਭੰਬਲ ਪੂਸੇ ਜਿਹਨੂੰ ਪਏ ਹੁੰਦੇ ਨਾ, ਉਹ ਆਪਣੀ ਪੂਛਲ ਨੂੰ ਚੱਕ ਮਾਰਦਾ ਪਿਆ ਹੁੰਦਾ। ਤੁਸੀਂ ਇਸ ਵਕਤ ਆਪਣੀ ਪੂਛਲ ਨੂੰ ਕੌਮੀ ਸਤ੍ਹਾ 'ਤੇ ਚੱਕ ਮਾਰ ਕੇ ਆਪਣੀ ਪੂਛਲ ਨਾਲ ਲੜਾਈ ਪੇ ਕਰਦੇ ਹੋ ਤੇ ਗੋਲ ਘੁੰਮੀ ਜਾ ਰਹੇ ਹੋ ਉੱਥੇ ਮਿੱਟੀ ਦੇ ਵਿੱਚ। ਸਿਰ ਚੁੱਕ ਕੇ ਅਗਾਂਹ ਟੁਰਨ ਵਾਲੀ ਗੱਲ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਵੇਂ ਹੋਵੇ ਦੀ। ਬਾਕੀ ਜ਼ਾਹਿਰ ਹੈ ਜਿਤਨੇ ਇੰਡੀਕੇਟਰਸ ਨੇ ਉਹ ਤੇ ਇੱਕ ਇੱਕ ਕਰਕੇ ਬੁਝਦੇ ਚਲੇ ਜਾ ਰਹੇ ਨੇ। ਗਵਾਹੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਉਹ ਸਾਰੀਆਂ ਇਹ ਦੱਸ ਰਹੀਆਂ ਨੇ ਕਿ ਨਹੀਂ, ਤਰੱਕੀ ਮਾਕੂਸ ਦਾ ਸਫ਼ਰ ਇੰਤਹਾਈ ਤੇਜ਼ੀ ਨਾਲ ਜਾਰੀ ਹੈ। ਇਸ ਦੌਰਾਨੀਏ ਦੇ ਵਿੱਚ ਅਗਰ ਅਸੀਂ ਜਿੱਥੋਂ ਇਹ ਸਮਝਦੇ ਹਾਂ ਕਿ ਇਹ ਕਿਤਾਬ ਪੜ੍ਹ ਦਈਏ, ਇਸ ਚੀਜ਼ 'ਤੇ ਗੱਲ ਕਰ ਲਈਏ, ਕਿਉਂਕਿ ਬੰਦੇ ਉਹ ਹੀ ਬਚਣੇ ਨੇ ਜਿਨ੍ਹਾਂ ਨੂੰ ਆਪਣੇ ਆਪ 'ਤੇ ਯਕੀਨ ਹੈ। ਬੰਦੇ ਉਹ ਹੀ ਅੱਗੇ ਬਚਣੇ ਨੇ, ਅਗਲਾ ਜ਼ਮਾਨਾ ਉਹਨਾਂ ਹੀ ਲੈ ਕੇ ਟੁਰਨਾ ਜਿਨ੍ਹਾਂ ਦੇ ਪੱਲੇ ਫੇਰ ਵੀ ਕੁਝ ਬਚ ਗਿਆ। ਉਹ ਪਹਿਲਾਂ ਗੱਤੇ ਦੇ ਕਾਰਤੂਸ ਹੁੰਦੇ ਸਨ, ਹੁਣ ਪਲਾਸਟਿਕ ਦੇ। ਉਹ ਗੱਤੇ ਦੇ ਕਾਰਤੂਸਾਂ ਦੀ ਕਈਆਂ ਤਹਿਵਾਂ ਉੱਤੇ ਗੱਤੇ ਦੀਆਂ ਲੱਗੀਆਂ ਹੁੰਦੀਆਂ ਸਨ। ਉਸ ਵੇਲੇ ਇੰਜ ਨਹੀਂ ਸੀ ਮਤਲਬ ਕਿ ਰੋਜ਼ ਮਤਲਬ ਇਹਨੇ ਚਲਾ ਲਏ ਤੇ ਉਹਨੇ ਚਲਾ ਲਏ ਤੇ ਠਾਂ ਠਾਂ ਵੀ ਕਰਦੇ। 5 ਕਾਰਤੂਸਾਂ ਦੀ ਬੰਦਿਆਂ ਨੂੰ ਇਜਾਜ਼ਤ ਹੁੰਦੀ ਸੀ ਤੇ 5 ਚੋਂ 10-12 ਕਾਰਤੂਸ ਜਿਹੜੇ ਨੇ ਉਹ 10-10 20-20 ਸਾਲ ਘਰ ਪਏ ਰਹਿੰਦੇ ਸਨ। ਲੇਕਿਨ ਉਹਦੀ ਇੱਕ ਗੱਲ ਹੈ ਸੀ ਕਿ ਜਿੱਦਣ ਉਹਨੂੰ ਫਿਰ ਤੁਸੀਂ ਚਲਾਉਣਾ ਹੈ ਉਸ ਦਿਨ ਉਹਦੇ ਅੰਦਰ ਉਹ ਪੋਟੈਂਸ਼ੀਅਲ ਸਾਰਾ ਮੌਜੂਦ ਹੈ। ਇਹ ਜਿਹੜੇ ਅਸੀਂ ਸਾਈਡ ਲਾਈਨ ਕੀਤੇ ਹੈ ਨਾ, ਸਾਡੇ ਅਫਰਾਦ, ਸਾਡੀ ਨਸਲਾਂ, ਸਾਡੇ ਬੱਚੇ ਔਰ ਸਾਡੇ ਵੱਡੇ, ਇਹ ਸਾਰੇ ਉਹ ਪੁਰਾਣੇ ਉਸ ਜ਼ਮਾਨੇ ਦੇ ਉਹੀ ਕਾਰਤੂਸ ਨੇ ਜਿਨ੍ਹਾਂ ਦੇ ਅੰਦਰ ਜੋ ਜੋ ਕੁਛ ਹੈ ਉਹ ਉੱਥੇ ਹੀ ਹੈ। ਵਕਤ ਆਏ ਤੇ ਇਸੇ ਸਲਾਹੀਅਤ ਨੇ ਡਿਵੈਲਪਮੈਂਟ ਦਾ ਵੀ ਕੰਮ ਦੇਣਾ ਹੈ, ਇਸੇ ਸਲਾਹੀਅਤ ਨੇ ਹੈਲਥ ਔਰ ਐਜੂਕੇਸ਼ਨ ਨੂੰ ਵੀ ਅੱਗੇ ਲੈ ਕੇ ਚੱਲਣਾ ਹੈ, ਇਸੇ ਸਲਾਹੀਅਤ ਨੇ ਹੀ ਗਵਰਨੈਂਸ ਔਰ ਟਰਾਂਸਪੇਰੈਂਸੀ ਨੂੰ ਅੱਗੇ ਲੈ ਕੇ ਚੱਲਣਾ। ਫਿਰ ਉਹ ਮੈਨੂੰ ਜ਼ਾਹਿਰ ਜਾਣਾ ਪਏਗਾ ਉਸ ਪ੍ਰੋਗਰਾਮ ਵੱਲ ਦੁਬਾਰਾ। ਲੇਕਿਨ ਗੱਲ ਇਹ ਹੀ ਹੈ ਕਿ ਉਹ ਜਿਤਨੀ ਦਾਨਿਸ਼ਵਰ ਸਾਹਮਣੇ ਬੈਠੇ ਸਨ ਉਹਨਾਂ ਸਾਰਿਆਂ ਨੂੰ ਉਸ ਗੁਫ਼ਤਗੂ 'ਚ ਅੰਦਾਜ਼ਾ ਹੁੰਦਾ ਸੀ ਪਿਆ ਕਿ ਕਿੱਥੇ ਕਿੱਥੇ ਸਾਡਾ ਕੀਤਾ ਹੀ ਸਾਡੇ ਅੱਗੇ ਪਿਆ ਹੁੰਦਾ। ਹੱਥਾਂ ਦੀਆਂ ਦਿੱਤੀਆਂ ਚੱਕ ਨਾਲ ਖੋਲ੍ਹਣੀਆਂ ਪੈਂਦੀਆਂ ਨੇ, ਦੰਦਾਂ ਨਾਲ। ਗੰਢ ਗਲਤੀ ਨਾਲ ਅਗਰ ਪੀਚਣੀ ਦੇ ਪਵੋ ਨਾ, ਉਹ ਫਿਰ ਹੱਥਾਂ ਨਾਲ ਨਹੀਂ ਖੁੱਲ੍ਹਦੀ, ਉਹਨੂੰ ਫਿਰ ਚੱਕ ਨਾਲ ਖੋਲ੍ਹਣਾ ਪੈਂਦਾ। ਕੌਮ ਉਸ ਚੱਕ ਨਾਲ ਗੰਢਾਂ ਖੋਲ੍ਹਣ ਵਾਲੇ ਪ੍ਰੋਸੈਸ 'ਚ ਪਈ ਅਤੇ ਅਸੀਂ ਡਾਢੀ ਗੰਢ ਦਿੱਤੀ ਕੋਈ ਨਹੀਂ।
इशारा करांगे खुल जाएगी इंशाअल्लाह। लो फिर अज इत्थे इजाज़त लो। फ़ी अमानिल्लाह। अस्सलाम वालेकुम।